ਹੈਲੋ ਸਟੂਡੈਂਟ, ਅੱਜ ਆਪਾਂ ਹਿੰਦ ਦੀ ਚਾਦਰ ਪਾਠ ਪੜ੍ਹਨ ਜਾ ਰਹੇ ਹਾਂ। ਹਿੰਦ ਦੀ ਚਾਦਰ ਕਿਹਨਾਂ ਨੂੰ ਕਿਹਾ ਗਿਆ ਸੀ? ਸਿੱਖਾਂ ਦੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਸਿੰਘ ਜੀ ਨੂੰ ਕਿਹਾ ਗਿਆ ਸੀ। ਉਹਨਾਂ ਨੇ ਪਹਿਲੇ ਗੁਰੂ ਨਾਨਕ ਦੇਵ ਜੀ ਦੱਸੇ ਮਾਰਗ ਦੁਆਰਾ ਅਨੁਸਰਨ ਕੀਤਾ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ 115 ਪਦ ਰਚੇ ਅਤੇ ਗੁਰੂ ਜੀ ਨੇ ਬਲਿਦਾਨ ਨਾ ਸਿਰਫ ਆਪਣੇ ਧਰਮ ਪਾਲਣ ਦੇ ਲਈ ਕੀਤਾ, ਬਲਕਿ ਪੂਰੀ ਸੰਸਕ੍ਰਿਤੀ ਅਤੇ ਵਿਰਸੇ ਖਾਤਰ ਬਲੀਦਾਨ ਦਿੱਤਾ ਸੀ। ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਵਿਸ਼ਵ ਇਤਿਹਾਸ ਵਿੱਚ ਧਰਮ ਅਤੇ ਮਾਲਵੀ ਮੁੱਲਾਂ, ਆਦਰਸ਼ਾਂ ਅਤੇ ਸਿਧਾਂਤਾਂ ਦੀ ਰਾਖੀ ਕਰਨ ਲਈ ਪ੍ਰਾਣਾਂ ਦੀ ਕੁਰਬਾਨੀ ਦੇਣ ਵਾਲਿਆਂ ਵਿੱਚੋਂ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਆਦਰਯੋਗ ਅਤੇ ਸਤਿਕਾਰਯੋਗ ਨਾਲ ਲਿਆ ਜਾਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਸੀ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਕੀਤੀ। ਉਹਨਾਂ ਨੇ ਉਸ ਸਮੇਂ ਜਿਹੜੇ ਹਾਕਮ ਸੀ, ਜ਼ੁਲਮ ਕਰਦੇ ਸੀ ਲੋਕਾਂ ਦੇ ਉੱਤੇ, ਉਸ ਕੁਰਲਾ ਰਹੀ ਕੌਮ ਦੇ ਹੱਕਾਂ ਲਈ, ਜ਼ੁਲਮ ਤੋਂ ਟਾਕਰਾ ਲੈਣ ਲਈ ਹਮੇਸ਼ਾ ਕੁਰਬਾਨੀਆਂ ਦੇਣ ਲਈ ਤਿਆਰ ਰਹਿੰਦੇ ਸਨ। ਹੁਣ ਗੁਰੂ ਜੀ ਦੇ ਜੀਵਨ ਬਾਰੇ ਦੱਸਿਆ ਹੈ ਕਿ ਗੁਰੂ ਜੀ ਦਾ ਜੀਵਨ ਕਿਸ ਤਰ੍ਹਾਂ ਉਹਨਾਂ ਦੀ ਖੋਜ ਹੋਈ, ਉਹਨਾਂ ਦਾ ਜਨਮ ਕੀ ਸੀ, ਕਦੋਂ ਹੋਇਆ, ਕਿਹਨਾਂ ਦੇ ਘਰ ਹੋਇਆ। ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਦੀ ਪਵਿੱਤਰ ਕੁੱਖੋਂ ਹੋਇਆ। ਬਚਪਨ ਵਿੱਚ ਆਪ ਜੀ ਦਾ ਨਾਮ ਤਿਆਗਮੱਲ ਸੀ ਅਤੇ ਆਪ ਗੁਰੂ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਸ਼ੁਰੂ ਤੋਂ ਹੀ ਆਪ ਸੰਤ ਸਰੂਪ, ਅਡੋਲ ਚਿੱਤ, ਗੰਭੀਰ ਅਤੇ ਨਿਰਮਲ ਸੁਭਾਅ ਦੇ ਮਾਲਕ ਸਨ। ਕਈ ਘੰਟੇ ਵਿੱਚ ਸਮਾਧੀਆਂ 'ਚ ਲੀਨ ਰਹਿੰਦੇ ਸਨ। ਗੁਰੂ ਹਰਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਨ ਤੋਂ ਪਿੱਛੋਂ ਆਪ ਪਿੰਡ ਬਕਾਲਾ ਆ ਗਏ। ਉਸ ਜਗ੍ਹਾ 'ਤੇ ਆ ਕੇ ਆਪ ਨੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ। ਕੁਝ ਸਮਾਂ ਉੱਥੇ ਹੀ ਰਹੇ। ਗੁਰੂ ਜੀ ਦੇ ਬਚਪਨ ਦਾ ਨਾਮ ਜਿਹੜਾ ਬਹਾਦਰ ਚੰਦ ਸੀ। ਪਹਿਲਾਂ ਤਾਂ ਦੇਖੋ ਤਿਆਗਮੱਲ ਸੀ, ਉਸ ਤੋਂ ਬਾਅਦ ਕੀ ਹੋ ਗਿਆ? ਬਹਾਦਰ ਚੰਦ ਸੀ। 8ਵੇਂ ਗੁਰੂ ਹਰਕ੍ਰਿਸ਼ਨ ਜੀ ਨੂੰ ਜੋਤੀ ਜੋਤ ਸਮਾਨ ਤੋਂ ਪਹਿਲਾਂ ਸੰਗਤਾਂ ਨੂੰ ਬਾਬੇ ਬਕਾਲੇ ਕਹਿ ਕੇ ਆਪਣੀ ਗੁਰੂ ਗੱਦੀ ਨੂੰ ਸੌਂਪ ਦਿੱਤੀ। ਉਸ ਸਮੇਂ ਇੱਕ ਕਥਾ ਨਿਰਾਲੀ ਹੋਈ। ਕਿਹੜੀ ਸੀ ਕਿ 8ਵੇਂ ਗੁਰੂ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਨੇ ਬਾਬਾ ਬਕਾਲੇ ਵੱਲ ਇਸ਼ਾਰਾ ਕਰਕੇ ਗੁਰਗੱਦੀ ਦਾ ਮਾਲਕ ਦੱਸਣ ਲੱਗੇ ਅਤੇ ਦੱਸਿਆ ਕਿ ਉੱਥੇ ਹੀ ਤੁਹਾਨੂੰ ਅਗਲੇ ਗੁਰੂ ਦੀ ਖੋਜ ਮਿਲੇਗੀ। ਉੱਥੇ ਕਈ ਤਰ੍ਹਾਂ ਦੇ ਪਖੰਡੀ ਗੁਰੂ ਬਣ ਕੇ ਬੈਠ ਗਏ, ਆਪਣੇ ਆਪ ਨੂੰ ਗੁਰੂ ਦੱਸਣ ਲੱਗੇ। ਸਰੀਰਕ ਤੌਰ 'ਤੇ ਵੀ ਚੰਗੇ ਸਨ, ਤਲਵਾਰਬਾਜ਼ੀ 'ਚ ਵੀ ਬਹੁਤ ਚੰਗੇ ਸਨ। ਇੱਕ ਵਾਰ ਆਪਨੇ ਕਰਤਾਰਪੁਰ ਵਿੱਚ ਤਲਵਾਰਬਾਜ਼ੀ ਦੀ ਕਲਾ ਵੀ ਦਿਖਾਈ। ਇੱਕ ਘਟਨਾ ਹੈ ਮੱਖਣ ਸ਼ਾਹ ਲੁਬਾਣਾ ਦੀ। ਉਹਨਾਂ ਨੇ ਹੀ ਗੁਰੂ ਤੇਗ ਬਹਾਦਰ ਜੀ ਦੀ ਖੋਜ ਕੀਤੀ ਸੀ। ਉਹ ਕਿਸ ਤਰ੍ਹਾਂ ਕੀਤੀ ਸੀ, ਇਸ ਘਟਨਾ ਵਿੱਚ ਦੱਸਿਆ ਹੋਇਆ ਹੈ ਕਿ ਜਦੋਂ ਉਸ ਦਾ ਜਿਹੜਾ ਜਹਾਜ਼ ਹੈ ਸਮੁੰਦਰ ਵਿੱਚ ਘੁੰਮਣ ਘੇਰੀ ਵਿੱਚ ਪੈ ਗਿਆ ਤਾਂ ਉਸਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਉਹ ਸੁਖਨਾ ਦੀਆਂ 500 ਮੋਹਰਾਂ ਭੇਟ ਕਰੇਗਾ। ਉਸ ਦਾ ਜਹਾਜ਼ ਪਾਰ ਲੱਗਾ ਗੁਰੂ ਜੀ ਦੀ ਕਿਰਪਾ ਨਾਲ। ਜਦੋਂ ਬਾਬਾ ਬਕਾਲੇ ਪਹੁੰਚਿਆ ਤਾਂ ਉਸਨੇ ਹਰੇਕ ਭੇਖੀ ਸਾਧੂ ਦੇ ਅੱਗੇ 5-5 ਮੋਹਰਾਂ ਰੱਖ ਦਿੱਤੀਆਂ ਅਤੇ ਮੱਥਾ ਟੇਕਣ ਲੱਗੇ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ 5 ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗੇ ਤਾਂ ਮੱਖਣ ਸ਼ਾਹ ਲੁਬਾਣਾ ਨੂੰ ਗੁਰੂ ਜੀ ਨੇ ਕਿਹਾ ਕਿ ਉਹ 500 ਮੋਹਰਾਂ ਸੁੱਕੇ ਕੇਵਲ 5 ਭੇਟਾਂ ਕਰ ਰਿਹਾ ਹੈ। ਇਸ ਤਰ੍ਹਾਂ ਉਹ ਬਚਨ ਤੋਂ ਫਿਰ ਰਿਹਾ ਹੈ। ਇਹ ਸੁਣ ਕੇ ਮੱਖਣ ਸ਼ਾਹ ਨੂੰ ਪਤਾ ਚੱਲ ਗਿਆ ਕਿ ਇਹੀ ਗੁਰੂ ਹਨ। ਉਸਨੇ ਉੱਚੀ ਰੌਲਾ ਪਾਉਣਾ ਸ਼ੁਰੂ ਕਰਤਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਮਤਲਬ ਭਾਵ ਗੁਰੂ ਲੱਭ ਗਏ ਹਨ। ਇਸ ਤਰ੍ਹਾਂ ਗੁਰੂ ਰੂਪ ਵਿੱਚ ਪ੍ਰਗਟ ਹੋਣ ਮਗਰੋਂ ਗੁਰੂ ਤੇਗ ਬਹਾਦਰ ਜੀ ਨੇ ਦੂਰ ਤੱਕ ਧਰਮ ਦਾ ਪ੍ਰਚਾਰ ਕੀਤਾ। ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਸ਼ੁਰੂ ਵਿੱਚ ਜਿਨ੍ਹਾਂ ਦਾ ਨਾਮ ਗੋਬਿੰਦ ਰਾਏ ਸੀ, ਉਹ ਵੀ ਇੱਕ ਸਿਦਕ, ਵੀਰਤਾ ਅਤੇ ਪਵਿੱਤਰਤਾ ਦੇ ਸਾਂਚੇ ਵਿੱਚ ਢਾਲੇ ਹੋਏ ਸਨ। ਬਕਾਲੇ ਤੋਂ ਬਾਅਦ ਆਪ ਕਿੱਥੇ ਆ ਗਏ? ਕੀਰਤਪੁਰ ਵਿੱਚ। ਉੱਥੇ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਵਸਾਇਆ ਅਤੇ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਦੀ ਸਥਾਪਨਾ ਕੀਤੀ ਸੀ? ਖਾਲਸਾ ਪੰਥ ਦੀ। ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਾਨ ਤਲਵਾਰ ਦੇ ਜ਼ੋਰ 'ਤੇ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕੁਝ ਕਸ਼ਮੀਰੀ ਪੰਡਤ ਦੁੱਖ ਫਰਿਆਦ ਕਰਦੇ ਹੋਏ ਆਪ ਜੀ ਦੇ ਅੱਗੇ ਆਏ ਤਾਂ ਜਿਹੜਾ ਤੁਹਾਡਾ ਪੁੱਤਰ ਬਾਲਿਕ ਗੋਬਿੰਦ ਰਾਏ ਸੀ, ਉਹਨਾਂ ਨੇ ਕਿਹਾ ਕਿ ਤੁਹਾਡੇ ਤੋਂ ਮਹਾਨ ਕੁਰਬਾਨੀ ਦੇਣ ਵਾਲੇ ਹੋਰ ਕੌਣ ਹੋ ਸਕਦੇ ਹਨ। ਇਸ ਤੋਂ ਪਿੱਛੋਂ ਆਪ ਧਰਮ ਪ੍ਰਚਾਰ ਕਰਦੇ ਆਗਰੇ ਪੁੱਜੇ।
ਉੱਥੇ ਗੁਰੂ ਜੀ ਨੇ 5 ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਵਿੱਚ ਮਸਜਿਦ ਦੇ ਨੇੜੇ ਇੱਕ ਢੱਠੀ ਹੋਈ ਇਮਾਰਤ ਵਿੱਚ ਕੈਦ ਕਰ ਲਿਆ ਗਿਆ। ਫਿਰ ਆਪ ਜੀ ਨੂੰ ਉਹਨਾਂ ਸਿੱਖਾਂ ਦੇ ਸਮੇਤ ਸ਼ਹੀਦ ਕੀਤਾ ਗਿਆ। ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ? ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਨੂੰ ਰੂੰ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਅੰਤ ਵਿੱਚ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ। ਆਪ ਜੀ ਇਸ਼ਨਾਨ ਕਰਕੇ ਬੋਹੜ ਦੇ ਰੁੱਖਾਂ ਹੇਠ ਬੈਠ ਗਏ ਅਤੇ ਜਪਜੀ ਸਾਹਿਬ ਦੇ ਪਾਠ ਉਪਰੰਤ ਪਰਮਾਤਮਾ ਅੱਗੇ ਸਿਰ ਨਿਵਾਇਆ। ਜੱਲਾਦ ਨੇ ਤਲਵਾਰ ਨਾਲ ਆਪਦਾ ਸਿਰ ਧੜ ਨਾਲੋਂ ਅਲੱਗ ਕਰਤਾ। ਹੁਣ ਉੱਥੇ ਸ਼ੀਸ਼ਗੰਜ ਗੁਰਦੁਆਰਾ ਸੁਸ਼ੋਭਿਤ ਹੈ। ਇਹ ਮਹਾਨ ਬਲੀਦਾਨ ਹੈ ਕਦੋਂ ਹੋਇਆ ਸੀ? 11 ਨਵੰਬਰ 1675 ਈਸਵੀ ਨੂੰ। ਇੱਥੇ ਹਜ਼ਾਰਾਂ ਸ਼ਰਧਾਲੂ ਸ਼ਹੀਦਾਂ ਦੇ ਸਿਰਤਾਜ, ਹਿੰਦ ਦੀ ਚਾਦਰ, ਧਰਮ ਰੱਖਿਅਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਰਧਾ ਨਾਲ ਸ਼ਰਧਾਂਜਲੀ ਭੇਟ ਕਰਦੇ ਹਨ। ਉਸ ਤੋਂ ਬਾਅਦ ਦੱਸਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਨੇ 59 ਸ਼ਲੋਕ ਅਤੇ 57 ਸ਼ਬਦ ਦਰਜ ਹਨ। ਗੁਰੂ ਜੀ ਦੀ ਮਹਾਨ ਕੁਰਬਾਨੀ ਨੇ ਲੋਕਾਂ ਦੀ ਸੋਚਣੀ ਵਿੱਚ ਇਨਕਲਾਬ ਲਿਆਂਦਾ। ਆਪ ਜੀ ਨੇ ਕੁਰਬਾਨੀ ਤੋਂ ਮਗਰੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਜ਼ਾਲਮ ਹਕੂਮਤਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਇਹ ਸੀ ਬੱਚੇ ਗੁਰੂ ਤੇਗ ਬਹਾਦਰ ਦੇ ਜੀਵਨ ਬਾਰੇ, ਵੀ ਉਹਨਾਂ ਨੇ ਕਿਸ ਤਰ੍ਹਾਂ ਕੁਰਬਾਨੀ ਦਿੱਤੀ ਅਤੇ ਉਹਨਾਂ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ, ਕਿਉਂਕਿ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਸੀ। ਅੱਗੇ ਆ ਗਿਆ ਬੁੱਕ ਵਰਕ MCQ, ਜਿਸ ਨੂੰ ਆਪਾਂ ਬਹੁ ਵਿਕਲਪੀ ਪ੍ਰਸ਼ਨ ਵੀ ਕਹਿੰਦੇ ਹਾਂ। ਫਸਟ ਹੈ, ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਮਗਰੋਂ ਲੋਕਾਂ 'ਤੇ ਕੀ ਪ੍ਰਭਾਵ ਪਿਆ? ਕੀ ਪ੍ਰਭਾਵ ਪਿਆ? ਹਾਕਮਾਂ ਅਤੇ ਜ਼ੁਲਮ ਪ੍ਰਤੀ ਆਵਾਜ਼ ਚੁੱਕੀ। ਗੁਰੂ ਤੇਗ ਬਹਾਦਰ ਕਿਸ ਵਿੱਚ ਲੀਨ ਰਹਿੰਦੇ ਸਨ? ਭਗਤੀ ਵਿੱਚ। ਗੁਰੂ ਤੇਗ ਬਹਾਦਰ ਸਿੱਖਾਂ ਦੇ ਕਿੰਨਵੇਂ ਗੁਰੂ ਸਨ? 9ਵੇਂ। ਹਰਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕੀ ਆਖਿਆ ਸੀ? ਬਾਬਾ ਬਕਾਲੇ। ਕਿਸ ਨੇ ਗੁਰੂ ਤੇਗ ਬਹਾਦਰ ਜੀ ਦੀ ਖੋਜ ਕੀਤੀ ਸੀ? ਮੱਖਣ ਸ਼ਾਹ ਨੇ। ਅੱਗੇ ਆ ਗਿਆ ਵਾਕਾ ਚੋਰ ਤੋਂ। ਵਾਕਾ ਚੋਰ ਤੋਂ ਕੋਈ ਵੀ ਲਿਖ ਸਕਦੇ ਹੋ, ਪਰ ਬੁੱਕ ਦੀ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਮੈਂ ਲਿਖਵਾਏ ਨੇ ਇਹ ਲਿਖੋ। ਟੈਸਟ ਵਿੱਚ ਜਾਂ ਪੇਪਰ ਵਿੱਚ ਕੋਈ ਵੀ ਲਿਖ ਸਕਦੇ ਹੋ। ਸਭ ਤੋਂ ਪਹਿਲਾਂ ਹੈ ਕੁਰਬਾਨੀ। ਦੇਸ਼ ਭਗਤਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਸ਼ਹੀਦੀ, ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦੇ ਖਿਲਾਫ ਸ਼ਹੀਦੀ ਦਿੱਤੀ। ਗੁਰਬਾਣੀ ਦਾ ਪਾਠ ਹਰ ਰੋਜ਼ ਕਰੋ। ਜੋਤੀ ਜੋਤ, ਉਸ ਤੋਂ ਪਹਿਲਾਂ ਆ ਜਾਂਦਾ ਗੁਰੂ ਸਿੱਖਿਆ 'ਤੇ ਅਮਲ ਕਰੋ। ਜੋਤੀ ਜੋਤ, ਗੁਰੂ ਜੀ 11 ਨਵੰਬਰ 1675 ਨੂੰ ਜੋਤੀ ਜੋਤ ਸਮਾ ਗਏ। ਮਿੱਠਾ ਭਾਣਾ, ਗੁਰੂ ਜੀ ਦਾ ਮਿੱਠਾ ਭਾਣਾ ਮੰਨਣਾ ਚਾਹੀਦਾ ਹੈ। ਇਸਲਾਮ, ਲੋਕਾਂ ਨੇ ਇਸਲਾਮ ਧਰਮ ਦਾ ਪ੍ਰਚਾਰ ਕੀਤਾ। ਹਥਿਆਰ, ਮੇਰੇ ਕੋਲ ਕਈ ਹਥਿਆਰ ਹਨ। ਤਲਵਾਰ, ਗੁਰੂ ਜੀ ਨੇ ਤਲਵਾਰਬਾਜ਼ੀ ਸਿੱਖੀ। ਨੈਕਸਟ ਆ ਗਿਆ ਵਿਆਕਰਨ ਦੇ ਅਨੁਸਾਰ ਕੁਐਸਚਨ ਆਨਸਰ। ਸਭ ਤੋਂ ਪਹਿਲਾਂ ਵਿਆਕਰਨ ਦੇ ਕਿੰਨੇ ਭੇਦ ਹਨ? 4। ਵਿਆਕਰਨ ਦਾ ਕੀ ਮਹੱਤਵ ਹੈ? ਵਿਆਕਰਨ ਹੈ ਜਿਹੜੀ ਸ਼ੁੱਧ ਭਾਸ਼ਾ ਨੂੰ ਲਿਖਣ, ਬੋਲਣ ਅਤੇ ਪੜ੍ਹਨ ਦੇ ਢੰਗ ਨੂੰ ਸਿਖਾਉਣ ਵਾਲੀ ਵਿੱਦਿਆ ਹੈ। ਵਿਆਕਰਨ ਸ਼ਬਦ ਦਾ ਕੀ ਅਰਥ ਹੈ? ਵੀ, ਵਿਸ਼ੇਸ਼ ਰੂਪ 'ਚ। ਆ, ਪੂਰੀ ਤਰ੍ਹਾਂ ਨਾਲ ਕਰਨਾ, ਵਿਆਖਿਆ ਕਰਨਾ। ਵਿਸ਼ੇਸ਼ ਰੂਪ ਵਿੱਚ ਪੂਰੀ ਤਰ੍ਹਾਂ ਨਾਲ ਵਿਆਖਿਆ ਕਰਨਾ। ਕੀ ਵਿਆਕਰਨ ਦਾ ਗਿਆਨ ਹੋਣਾ ਜ਼ਰੂਰੀ ਹੈ? ਹਾਂਜੀ। ਅਰਥ-ਬੋਧ ਤੋਂ ਕਿਸ ਦੀ ਜਾਣਕਾਰੀ ਮਿਲਦੀ ਹੈ? ਵਿਰੋਧੀ ਸ਼ਬਦ, ਸਮਾਨਾਰਥਕ ਅਤੇ ਬਹੁਅਰਥਕ ਦੀ ਜਾਣਕਾਰੀ ਮਿਲਦੀ ਹੈ। ਨੈਕਸਟ ਆ ਗਏ ਵਾਕਾਂ ਨੂੰ ਦਿੱਤੇ ਗਏ ਬ੍ਰੈਕਟਾਂ ਵਿੱਚ ਦਿੱਤੇ ਗਏ ਅਨੁਸਾਰ ਬਦਲ ਕੇ ਵਾਕਾਂ ਨੂੰ ਦੁਬਾਰਾ ਲਿਖੋ। ਫਸਟ ਹੈ ਕਿ ਰਾਮ ਸਵੇਰੇ ਤੋਂ ਪੜ੍ਹ ਰਿਹਾ ਹੈ। ਸਧਾਰਨ ਵਾਕ 'ਚ ਇਸ ਨੂੰ ਲਿਖਣਾ ਹੈ, ਰਾਮ ਸਵੇਰੇ ਤੋਂ ਪੜ੍ਹ ਰਿਹਾ ਹੈ। ਨੈਕਸਟ ਆ ਗਿਆ ਮੇਰਾ ਪਤੰਗ ਹਵਾ ਵਿੱਚ ਬਹੁਤ ਉੱਚਾ ਉੱਡਦਾ ਹੈ। ਨਾਂਹਵਾਚਕ ਚੇਂਜ ਕਰਨਾ, ਇਸ ਨੂੰ ਬਦਲਣਾ। ਮੇਰਾ ਪਤੰਗ ਹਵਾ ਵਿੱਚ ਉੱਚਾ ਨਹੀਂ ਉੱਡਦਾ। ਉਸਨੇ ਮੈਨੂੰ ਧੋਖਾ ਦਿੱਤਾ। ਨਾਂਹਵਾਚਕ, ਉਸਨੇ ਮੈਨੂੰ ਧੋਖਾ ਨਹੀਂ ਦਿੱਤਾ। ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਨਹੀਂ। ਪ੍ਰਸ਼ਨਵਾਚਕ 'ਚ ਬਣਾਉਣਾ ਹੈ ਕਿ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ। ਹਾਏ ਗੁਲਾਬ ਦਾ ਫੁੱਲ ਕਿੰਨਾ ਸੋਹਣਾ ਹੈ। ਵਿਸਮਕ 'ਚ, ਵੈਸੇ ਤਾਂ ਇਹ ਆਲਰੇਡੀ ਵਿਸਮਕ 'ਚ ਹੀ ਹੈ। ਸਿੰਪਲ ਵਿਸਮਕ 'ਚ ਬਣਾਉਣਾ ਹੈ, ਆਹਾ ਗੁਲਾਬ ਦਾ ਫੁੱਲ ਬਹੁਤ ਸੋਹਣਾ ਹੈ। ਨੈਕਸਟ ਆ ਗਿਆ ਅਗੇਤਰ ਪਿਛੇਤਰ ਦੀ ਵਰਤੋਂ ਕਰਕੇ 3 ਸ਼ਬਦ ਬਣਾਓ। ਬਦਸੂਰਤ, ਬਦਕਿਸਮਤ, ਬਦਰੰਗ। ਨਿਰਮਲ, ਨਿਰਮਲ, ਨਿਰਦੋਸ਼ ਅਤੇ ਨਿਰਗੁਣ। ਪਰਦੇਸ, ਪਰਲੋਕ, ਪਰਜਾਤ। ਪੜਦਾਦਾ, ਪੜਨਾਨਾ, ਪੜਛੱਤੀ। ਦਰਵਾਜ਼ਾ, ਦਰਬਾਰ, ਦਰਬਾਨ। ਲਾ ਇਲਾਜ, ਲਾਇਕ, ਲਾਪਤਾ। ਆਰੀ, ਲਿਖਾਰੀ, ਪੁਜਾਰੀ। ਸਾਂਝ ਦਾ ਕ੍ਰੋਸ ਕਰ ਦਿਓ ਬੱਚੇ। ਚਾਰੀ, ਲੋਕਾਚਾਰੀ, ਪ੍ਰੋਣਾਚਾਰੀ, ਕੁੜਮਾਚਾਰੀ। ਆਲੂ, ਕਚਾਲੂ, ਸ਼ਰਧਾਲੂ, ਦਿਆਲੂ,
ਝਗੜਾਲੂ। ਖੋਰ, ਰਿਸ਼ਵਤਖੋਰ, ਹਰਾਮਖੋਰ, ਚੁਗਲਖੋਰ। 30 ਲਿਖਤੀ, ਮਿਣਤੀ ਤੇ ਗਿਣਤੀ। ਇਹ ਸੀ ਬੁੱਕ ਵਰਕ। ਅੱਗੇ ਬੱਚੇ ਪ੍ਰਸ਼ਨ ਉੱਤਰ। ਪਹਿਲਾਂ ਛੋਟੇ ਪ੍ਰਸ਼ਨ ਉੱਤਰ। ਗੁਰੂ ਤੇਗ ਬਹਾਦਰ ਜੀ ਕੌਣ ਸਨ? ਸਿੱਖਾਂ ਦੇ 9ਵੇਂ ਗੁਰੂ ਸਨ। ਕਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਭੋਰੇ ਵਿੱਚੋਂ ਲੱਭਿਆ? ਮੱਖਣ ਸ਼ਾਹ। ਬਚਪਨ ਵਿੱਚ ਗੁਰੂ ਜੀ ਕਿਸ ਵਿੱਚ ਲੀਨ ਰਹਿੰਦੇ ਸਨ? ਪਰਮਾਤਮਾ ਦੀ ਭਗਤੀ ਵਿੱਚ। ਕਿਸ ਦੀ ਜ਼ਮੀਨ ਖਰੀਦ ਕੇ ਆਪ ਨੇ ਅਨੰਦਪੁਰ ਦੀ ਨਗਰੀ ਵਸਾਈ? ਕਹਿਲੂਰ ਦੇ ਰਾਜੇ ਤੋਂ। ਕਸ਼ਮੀਰੀ ਪੰਡਤ ਆਪ ਜੀ ਕੋਲ ਕੀ ਕਰਨ ਆਏ? ਔਰੰਗਜ਼ੇਬ ਦੇ ਜ਼ੁਲਮ ਤੋਂ ਬਚਣ ਲਈ ਫਰਿਆਦ ਕਰਨ। ਅੱਗੇ ਵਿਸਤਾਰ ਸਹਿਤ ਉੱਤਰ ਲਿਖੋ। ਗੁਰੂ ਜੀ ਦੀ ਕੁਰਬਾਨੀ ਦਾ ਲੋਕਾਂ 'ਤੇ ਕੀ ਪ੍ਰਭਾਵ ਪਿਆ? ਲੋਕਾਂ ਦੀ ਜਿਹੜੀ ਸੋਚਣੀ ਹੈ ਤੇ ਉਸ ਦੇ ਵਿੱਚ ਇਨਕਲਾਬ ਲਿਆਂਦਾ। ਗੁਰੂ ਜੀ ਕਿਸ ਸਥਾਨ 'ਤੇ ਸ਼ਹੀਦ ਕੀਤਾ ਗਿਆ ਤੇ ਕਿਉਂ? ਦਿੱਲੀ ਵਿੱਚ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਸ਼ਹੀਦ ਕੀਤਾ ਗਿਆ ਕਿਉਂਕਿ ਆਪ ਨੇ ਹਕੂਮਤ ਦੀ ਨੀਤੀ ਦੇ ਖਿਲਾਫ ਤੇ ਇਸਲਾਮ ਧਰਮ ਕਬੂਲ ਨਹੀਂ ਕੀਤਾ। ਨੈਕਸਟ ਹੈ ਗੁਰੂ ਲਾਦੋਰੇ ਵਾਲੀ ਸਾਰੀ ਘਟਨਾ ਬਿਆਨ ਕਰੋ। ਇਹ ਮੱਖਣ ਸ਼ਾਹ ਲੁਬਾਣਾ ਵਾਲੀ ਲਿਖਣੀ ਹੈ। ਭਾਈ ਮੱਖਣ ਸ਼ਾਹ ਲੁਬਾਣਾ, ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣ ਘੇਰੀ ਵਿੱਚੋਂ ਗੁਰੂ ਜੀ ਦੀ ਕਿਰਪਾ ਨਾਲ ਪਾਰ ਲੱਗਾ ਸੀ, ਉਹ ਆਪਣੇ ਸੁਖਨਾ ਦੀਆਂ 500 ਮੋਹਰਾਂ ਲੈ ਕੇ ਬਾਬਾ ਬਕਾਲੇ ਪੁੱਜਿਆ ਸੀ। ਉਸ ਨੇ ਹਰ ਇੱਕ ਭੇਖੀ ਗੁਰੂ ਦੇ ਅੱਗੇ 5-5 ਮੋਹਰਾਂ ਰੱਖ ਕੇ ਉਸ ਨੂੰ ਮੱਥਾ ਟੇਕ ਰਿਹਾ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਅੱਗੇ ਉਹ 5 ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗਾ ਤਾਂ ਉਸਨੇ ਮੱਖਣ ਸ਼ਾਹ ਨੂੰ ਕਿਹਾ ਕਿ 500 ਮੋਹਰਾਂ ਸੁੱਕ ਕੇ ਕੇਵਲ 5 ਭੇਟਾ ਕਰ ਰਿਹਾ ਹੈ। ਇਸ ਤਰ੍ਹਾਂ ਉਹ ਬਚਨ ਤੋਂ ਫਿਰ ਰਿਹਾ ਹੈ। ਇਹ ਸੁਣ ਕੇ ਮੱਖਣ ਸ਼ਾਹ ਨੇ 500 ਮੋਹਰਾਂ ਗੁਰੂ ਜੀ ਦੇ ਅੱਗੇ ਭੇਟਾ ਕੀਤੀਆਂ ਤੇ ਉੱਚੀ ਰੌਲਾ ਪਾਉਣ ਲੱਗਾ, ਗੁਰੂ ਲਾਦੋਰੇ, ਗੁਰੂ ਲਾਦੋਰੇ। ਨੈਕਸਟ ਕੁਐਸਚਨ ਆ ਜਾਂਦਾ, ਗੁਰੂ ਜੀ ਦੇ ਨਾਲ ਕਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤੇ ਕਿਵੇਂ? ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਅੰਤ ਵਿੱਚ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ। ਲਾਸਟ ਕੁਐਸਚਨ ਹੈ, ਗੁਰੂ ਜੀ ਦੀ ਸ਼ਹੀਦੀ ਤੋਂ ਕੀ ਸਿੱਖਿਆ ਮਿਲਦੀ ਹੈ? ਕਿ ਕਿਸੇ ਦੇ ਡਰ ਨਾਲ ਆਪਣਾ ਧਰਮ ਨਹੀਂ ਬਦਲਣਾ ਚਾਹੀਦਾ ਤੇ ਨਾ ਹੀ ਜ਼ੁਲਮ ਦੇ ਅੱਗੇ ਝੁਕਣਾ ਚਾਹੀਦਾ। ਕੁਐਸਚਨ ਆਨਸਰ ਬੱਚੇ ਤੁਸੀਂ ਨੋਟਬੁੱਕ 'ਤੇ ਕਰਨੇ ਹੈ। ਧੰਨਵਾਦ।